ਜ਼ਿਮਨੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਤਾਂ ਵਿਧਾਨ ਸਭਾ ਦੀਆਂ 4 ਸੀਟਾਂ ਤੇ ਜ਼ਿਮਨੀ ਚੋਣ ਹੋਣੀ ਹੈ। ਗਿੱਦੜਬਾਹਾ ਬਰਨਾਲਾ ਸੀਟ ਤੇ ਔਰ ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਚੱਬੇਵਾਲ ਸੀਟ ਆਪਣੇ ਆਪ ਦੇ ਵਿੱਚ ਸਾਰੀਆਂ ਸੀਟਾਂ ਅਹਿਮ ਨੇ ਔਰ ਅਜਿਹੇ ਦੇ ਵਿਚਾਲੇ ਦੇਖਣਾ ਹੋਏਗਾ ਕਿ ਜ਼ਿਮਨੀ ਚੋਣ ਦਾ ਜੇਕਰ ਐਲਾਨ ਹੁੰਦਾ ਹੈ ਤਾਂ ਕਿਹੜੀ ਤਰੀਕ ਯਾਨੀ ਕਿ 21 ਸਤੰਬਰ ਦੇ ਵਿੱਚ ਜਾਂ ਫਿਰ ਅਕਤੂਬਰ ਦੇ ਵਿੱਚ ਹੋਏਗੀ ਜ਼ਿਮਨੀ ਚੋਣ, ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਅਕਤੂਬਰ ਦੇ ਪਹਿਲੇ ਹਫਤੇ ਜਿਹੜੀ ਹੈ ਉਹ ਬਾਈ ਇਲੈਕਸ਼ਨ ਹੋ ਸਕਦੀ ਹੈ ਪੰਜਾਬ ਦੇ ਵਿੱਚ। ਪਰ ਕਿਤੇ ਨਾ ਕਿਤੇ ਕਨਫਰਮੇਸ਼ਨ ਜਾਂ ਕਹਿ ਲਈਏ ਕਿ ਮੋਹਰ ਉਦੋਂ ਹੀ ਲੱਗੇਗੀ ਜਦੋਂ ਚੋਣ ਕਮਿਸ਼ਨ ਦੇ ਵੱਲੋਂ ਇਸ ਦਾ ਐਲਾਨ ਕੀਤਾ ਜਾਏਗਾ। ਹਾਲਾਂਕਿ ਪਹਿਲਾਂ ਅਸੀਂ ਦੇਖਿਆ ਕਿ ਜਲੰਧਰ ਜ਼ਿਮਨੀ ਚੋਣ ਜਿਹੜੀ ਹੈ ਪੱਛਮੀ ਸੀਟ ਦੀ ਜਦੋਂ ਹੋਈ ਹੈ ਤਾਂ ਉਸ ਦੇ ਵਿੱਚ ਵੀ ਪੂਰਾ ਜ਼ੋਰ ਹਰ ਪਾਰਟੀ ਦਾ ਲੱਗਿਆ ਔਰ ਉਸ ਨੂੰ ਲੈ ਕੇ ਵੀ ਸ਼ੀਤਲ ਅਗਰਵਾਲ ਦੇ ਵੱਲੋਂ ਵੱਡੇ ਦਾਅਵੇ ਕੀਤੇ ਗਏ ਸਨ ਕਿਉਂਕਿ ਉਹਨਾਂ ਨੇ ਅਸਤੀਫਾ ਦਿੱਤਾ ਸੀ। ਆਮ ਆਦਮੀ ਪਾਰਟੀ ਦੇ ਵਿਧਾਇਕ ਸਨ ਪਰ ਬੀਜੇਪੀ ਦੇ ਵਿੱਚ ਚਲੇ ਗਏ और बतौर बीजेपी ने उन्होंने कैंडिडेट भी ऐलानिया पर जित आम आदमी पार्टी की हुई सी यानी कि आम आदमी पार्टी के खाते सीट सी तो उस तो बाद ਜਿਹੜੇ ਨਤੀਜੇ ਨੇ ਆਮ ਆਦਮੀ ਪਾਰਟੀ ਦੇ ਖਾਤੇ ਹੀ ਆਏ ਸਨ। ਜਿਸ ਤੋਂ ਬਾਅਦ ਹੁਣ ਜੇਕਰ ਅਸੀਂ 4 ਸੀਟਾਂ ਦਾ ਜ਼ਿਕਰ ਕਰਦੇ ਹਾਂ ਇਸ ਦੇ ਵਿੱਚ ਗਿੱਦੜਬਾਹਾ ਦੀ ਸੀਟ ਰਾਜਾ ਵੜਿੰਗ ਲੰਬੇ ਸਮੇਂ ਤੋਂ ਲਗਾਤਾਰ ਇਸ ਸੀਟ ਤੋਂ ਵਿਧਾਇਕ ਚੁਣਦੇ ਰਹੇ ਨੇ, ਕਹਿ ਲਈਏ ਕਿ ਜਿੱਤਦੇ ਰਹੇ ਨੇ ਬਤੌਰ ਵਿਧਾਇਕ। ਬਰਨਾਲਾ ਦੀ ਸੀਟ ਮੀਤ ਹੇਅਰ ਪਹਿਲਾ ਕੈਬਨਿਟ ਮੰਤਰੀ ਸਨ ਔਰ ਅਸੀਂ ਕਹਿ ਲਈਏ ਕਿ ਵੱਡਾ ਅਹੁਦਾ ਸਰਕਾਰ ਦੇ ਵਿੱਚ ਮਿਲਿਆ ਤਾਂ ਉਸ ਤੋਂ ਬਾਅਦ ਹੁਣ ਸੰਸਦ ਮੈਂਬਰ ਬਣ ਗਏ ਔਰ ਉਸ ਤੋਂ ਬਾਅਦ ਹੁਣ ਇਹ ਸੀਟ ਖਾਲੀ ਹੋਈ ਹੈ। ਇਹ ਆਮ ਆਦਮੀ ਪਾਰਟੀ ਦੀ ਸੀਟ ਗਿੱਦੜਬਾਹਾ ਦੇ ਸੀਟ ਦਾ ਜ਼ਿਕਰ ਕੀਤਾ ਜਾਏ ਤਾਂ ਇਹ ਕਾਂਗਰਸ ਦੇ ਖਾਤੇ ਸੀਟ ਸੀ। ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਰੰਧਾਵਾ ਜੋ ਹੁਣ ਸੰਸਦ ਮੈਂਬਰ ਨੇ ਉਹ ਇੱਥੋਂ ਵਿਧਾਇਕ ਸਨ ਤਾਂ ਇਹ ਸੀਟ ਖਾਲੀ ਹੋਈ ਹੈ। ਇਹ ਸੀਟ ਕਾਂਗਰਸ ਦੇ ਖਾਤੇ ਔਰ ਚੱਬੇਵਾਲ ਸੀਟ ਬੜੀ ਇੰਟਰਸਟਿੰਗ ਹੈ ਕਿਉਂਕਿ ਇਹ ਸੀਟ ਬੇਸ਼ੱਕ ਕਾਂਗਰਸ ਦੇ ਖਾਤੇ ਸੀ ਤਾਂ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਦੇ ਵਿੱਚ ਆਉਂਦੇ ਨੇ ਔਰ ਉਥੋਂ ਚੋਣ ਲੜਦੇ ਨੇ ਪਰ ਜਿਸ ਤੋਂ ਬਾਅਦ ਜਿਹੜੀ ਸਥਿਤੀ ਹੈ ਇਹ ਹੈ ਕਿ ਹੁਣ ਇਹ ਸੀਟ ਖਾਲੀ ਹੋ ਗਈ ਹੈ। ਤਾਂ ਪੰਕਜ ਕਪਾਹੀ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ। ਪੰਕਜ, ਮੰਨਿਆ ਜਾ ਰਿਹਾ ਕਿ ਅੱਜ ਐਲਾਨ ਸੰਭਵ ਹੈ ਜ਼ਿਮਨੀ ਚੋਣ ਦਾ ਤਾਂ ਫਿਰ ਇਹ ਚਾਰੋਂ ਸੀਟਾਂ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਨੇ ਕਿਉਂਕਿ ਇਹਨਾਂ ਦੇ ਵਿੱਚੋਂ ਸਿਰਫ ਇੱਕ ਸੀਟ ਹੀ ਸੀ ਜਿਹੜੀ ਆਮ ਆਦਮੀ ਪਾਰਟੀ ਦੇ ਕੋਲ ਸੀ, ਬਾਕੀ ਦੀਆਂ ਸਾਰੀਆਂ 3 ਸੀਟਾਂ ਜਿਹੜੀਆਂ ਨੇ ਉਹ ਕਾਂਗਰਸ ਦੇ ਖਾਤੇ ਸਨ। ਤਾਂ ਕਿਸ ਤਰੀਕੇ ਦੇ ਨਾਲ ਇੱਥੇ ਜਿਹੜੀ ਹੈ ਉਹ ਚੋਣ ਵੇਖਣ ਨੂੰ ਮਿਲ ਸਕਦੀ ਹੈ? देखो काफी इंटरेस्टिंग फाइट जी रहने वाली है क्योंकि गिद्दड़बाहा की सीट का जिक्र किया जाए तो राजा वड़िंग जिहड़े कांग्रेस के प्रधान ने वो इथों विधायक सीगे और ये सीट राजा वड़िंग तो पहला बादलों का या ये कहिए कि अकाली दल का गढ़ जिहड़ा मन्निया जाता सीगा। मनप्रीत बादल इथों जिते आए ने और एक तगड़ा होल्ड अकाली दल ते कांग्रेस का इस सीट के उत्ते रहा है। एक 10वीं टक्कर जिहड़ी है वो रही है लेकिन इस बार क्योंकि आम आदमी पार्टी सत्ता दे विच है और सत्ता ये कहा जाता है कि जिहड़े लोग ने वो जिमनी चोण ज्यादातर सरकार पक्षी जिहड़े ने वो फैसले लेंदे ने या सरकार पक्षी उम्मीदवार ਨੂੰ ਜਿਤਾਉਂਦੇ ਨੇ। ਇਸ ਤਰੀਕੇ ਦੀਆਂ ਚਰਚਾਵਾਂ ਅਮੂਮਨ ਪੰਜਾਬ 'ਚ ਰਹਿੰਦੀਆਂ ਨੇ। ਮੈਂ ਰੋਕ ਰਹੀ ਹਾਂ पंकज, ਤੁਹਾਨੂੰ ਵਾਪਸ ਆਵਾਂਗੇ, बने रहो साढ़े नाल। नीरज कुमार ने साढ़े नाल फोन लाइन पे। नीरज, आपसे अपडेट लेना चाहेंगे, जानकारी लेना चाहेंगे। आज 3 बजे इलेक्शन कमीशन की ओर से तारीखों का ऐलान किया जाएगा। जम्मू कश्मीर पे नजर है, माना जा रहा है कि 30 सितंबर से पहले कहा जा रहा है कि वहां पे इलेक्शन हो सकते हैं। इसके अलावा हरियाणा विधानसभा चुनाव, देखिए जम्मू कश्मीर और हरियाणा विधानसभा चुनाव की घोषणा जो भी ये तय है। महाराष्ट्र को लेकर थोड़ा सा संशय है, उसके बारे में जानकारी थोड़ी देर बाद अपडेट होगी। लेकिन जम्मू कश्मीर में 3 से 5 चरणों में चुनाव कराए जाएंगे। 30 सितंबर तक आज चुनाव की घोषणा कर रहा है चुनाव आयोग, तो 30 सितंबर तक जम्मू और कश्मीर में मतदान की प्रक्रिया पूरी कर ली जाएगी। इसके अलावा हरियाणा की अगर बात करें तो वहां भी एक चरण में चुनाव कराए जाएंगे और वहां भी मतदान की प्रक्रिया पूरी की जाएगी। तो चुनाव आयोग ने जो लक्ष्य रखा था जम्मू कश्मीर में चुनाव कराने का और हरियाणा वो पूरा हो रहा है। महाराष्ट्र को लेकर थोड़ा इंतजार करना होगा। ठीक है। इसके अलावा ये जानकारी सही है क्या 30 सितंबर से पहले जम्मू कश्मीर में चुनाव का ऐलान हो सकता है तारीखों को लेकर? देखिए तारीखों का ऐलान तो आज हो रहा है लेकिन 30 सितंबर से पहले मतदान की प्रक्रिया पूरी हो जाएगी। मतगणना को लेकर चुनाव आयोग हो सकता है अक्टूबर महीने में जाए जी की जो प्रक्रिया है वो जम्मू कश्मीर में 30 सितंबर तक पूरी हो जाएगी और हो सकता है अक्टूबर में हरियाणा में एक चरण का मतदान हो और उसी महीने दोनों राज्यों की मतगणना होगी। और आपकी रिपोर्ट क्या कह रही है नीरज बाई इलेक्शन को लेकर, क्योंकि राज्य का पंजाब का जिक्र करें तो यहाँ पर 4 सीटें हैं बाई इलेक्शन वाली? नीरज, देखिए अभी तक जानकारी नहीं है लेकिन आमतौर पे चुनावों की घोषणा के साथ कुछ उपचुनाव की घोषणा चुनाव आयोग करता है। तो इन राज्यों में उपचुनाव की घोषणा भी जो शेड्यूल है उनकी जरूर कर सकता है चुनाव आयोग। ठीक है नीरज, बहुत बहुत शुक्रिया तमाम जानकारी के लिए।
ਸਾਡੇ ਸਹਿਯੋਗੀ ਨੀਰਜ ਜੁੜੇ ਔਰ ਉਹਨਾਂ ਨੇ ਜਾਣਕਾਰੀ ਦਿੱਤੀ ਹੈ। ਤਾਂ ਪੰਕਜ ਦਾ ਦੁਬਾਰਾ ਰੁਕ ਕਰ ਲੈਂਦੇ ਆ। ਪੰਕਜ, ਨੀਰਜ ਕਹਿ ਰਹੇ ਨੇ ਕਿ ਸੰਭਵਤਾ ਹੈ ਔਰ ਲਗਭਗ ਤੁਸੀਂ ਵੀ ਦੱਸ ਰਹੇ ਹੋ ਕਿ ਇਹ 4 ਸੀਟਾਂ ਤੇ, ਕਿਉਂਕਿ ਇੱਕ ਜਦੋਂ ਜਲੰਧਰ ਪੱਛਮੀ ਸੀਟ ਦਾ ਸੀ ਦੇਖਿਆ, ਜਦੋਂ ਐਲਾਨ ਹੋਇਆ ਸੀ ਤਰੀਕ ਦਾ, ਉਦੋਂ ਕਈ ਸਵਾਲ ਉੱਠੇ ਸਨ ਕਿ ਨਾਲ ਹੀ ਹੋ ਜਾਣਾ ਚਾਹੀਦਾ ਸੀ, ਪਰ ਆਪਣਾ ਇੱਕ ਕੈਲਕੂਲੇਸ਼ਨ ਹੁੰਦਾ ਚੋਣ ਕਮਿਸ਼ਨ ਦਾ, ਉਸਦੇ ਹਿਸਾਬ ਦੇ ਨਾਲ ਹੀ ਇਲੈਕਸ਼ਨ ਕਰਵਾਏ ਜਾਂਦੇ ਨੇ। ਦੇਖੋ, ਜਲੰਧਰ ਇਲੈਕਸ਼ਨ ਇਸ ਕਰਕੇ ਲੇਟ ਹੋਈ ਸੀ ਕਿਉਂਕਿ ਵਿਧਾਨ ਸਭਾ ਸਪੀਕਰ ਦੇ ਵੱਲੋਂ ਅਸਤੀਫਾ ਜਿਹੜਾ ਹੈ ਉਹ ਪਹਿਲਾਂ ਅਸੈਪਟ ਨਹੀਂ ਕੀਤਾ ਗਿਆ ਸੀ। ਲੋਕ ਸਭਾ ਦੀਆਂ ਤਰੀਕਾਂ ਐਲਾਨ ਤੋਂ ਬਾਅਦ ਵਿਧਾਨ ਸਭਾ ਦਾ ਜਿਹੜਾ ਸ਼ੀਤਲ ਉਂਗਰਾਲ ਦਾ ਅਸਤੀਫਾ ਜਿਹੜਾ ਉਹ ਅਸੈਪਟ ਕੀਤਾ ਗਿਆ। ਇਸ ਕਰਕੇ ਦੇਰੀ ਜਿਹੜੀ ਹੈ ਉਹ ਵਿਧਾਨ ਸਭਾ ਦੀ ਜਲੰਧਰ ਲੋਕ ਸਭਾ, ਜਾਂ ਇਹ ਕਹੀਏ ਕਿ ਦੇਸ਼ ਦੀਆਂ ਜਦੋਂ ਲੋਕ ਸਭਾ ਚੋਣਾਂ ਸੀਗੀਆਂ ਉਸ ਦੇ ਨਾਲ ਬਾਈ ਇਲੈਕਸ਼ਨ ਨਹੀਂ ਹੋਈ, ਉਸ ਤੋਂ ਬਾਅਦ ਬਾਈ ਇਲੈਕਸ਼ਨ ਹੋਈ ਹੈ। ਕਿਉਂਕਿ ਇਹਨਾਂ ਚਾਰਾਂ ਜਿਹੜੇ ਵਿਧਾਇਕ ਸੀਗੇ, ਚਾਹੇ ਰਾਜਾ ਵੜਿੰਗ ਹੋਣ, ਚਾਹੇ ਸੁਖਜਿੰਦਰ ਰੰਧਾਵਾ ਹੋਣ, ਚਾਹੇ ਮੀਤ ਹੇਅਰ ਹੋਣ ਜਾਂ ਚੱਬੇਵਾਲ ਹੋਣ, ਇਹਨਾਂ ਦੇ ਅਸਤੀਫੇ ਜਿਹੜੇ ਨੇ ਉਹ ਮਨਜ਼ੂਰ ਕਰ ਲਿੱਤੇ ਗਏ ਨੇ ਵਿਧਾਨ ਸਭਾ ਸਪੀਕਰ ਦੇ ਵੱਲੋਂ ਕਾਫੀ ਸਮਾਂ ਪਹਿਲਾਂ। ਤਾਂ ਇਸ ਕਰਕੇ ਇਹ ਸੀਟਾਂ ਜਿਹੜੀਆਂ ਨੇ ਉਹ ਪੂਰੀ ਤਰੀਕੇ ਨਾਲ ਖਾਲੀ ਹੋਈਆਂ ਪਈਆਂ ਨੇ। ਔਰ ਜਦੋਂ ਅਸਤੀਫਾ ਜਿਹੜਾ ਵਾ ਮਨਜ਼ੂਰ ਕਰ ਲਿੱਤਾ ਹੋਵੇ, ਕਿਉਂਕਿ ਹੁਣ ਜਿਵੇਂ ਡਾਕਟਰ ਸੁੱਖੀ ਜਿਹੜੇ ਨੇ ਉਹ ਬੰਗੇ ਤੋਂ ਆਉਂਦੇ ਨੇ, ਉਹਨਾਂ ਨੇ ਅਜੇ ਅਸਤੀਫਾ ਨਹੀਂ ਦਿੱਤਾ ਲੇਕਿਨ ਆਮ ਆਦਮੀ ਪਾਰਟੀ ਚਲੇ ਗਏ ਨੇ। ਤਾਂ ਇਸ ਕਰਕੇ ਬੰਗਾ ਦੀ ਸੀਟ ਦੇ ਅਗਰ ਅਸਤੀਫਾ ਦੇ ਵੀ ਦਿੰਦੇ ਨੇ ਤਾਂ ਉਹ ਅਜੇ ਇਲੈਕਸ਼ਨ ਦੀ ਤਰੀਕ ਦਾ ਐਲਾਨ ਨਹੀਂ ਹੋਏਗਾ। ਲੇਕਿਨ ਇਹ ਚਾਰ ਸੀਟਾਂ ਜਿਹੜੀਆਂ ਨੇ ਉਹ ਖਾਲੀ ਪਈਆਂ ਨੇ। ਇਸ ਕਰਕੇ ਇਹ ਕਿਆਸ ਲਗਾਏ ਜਾ ਰਹੇ ਨੇ ਕਿ ਜਦੋਂ 3 ਵਜੇ ਪ੍ਰੈਸ ਕਾਨਫਰੰਸ ਇਲੈਕਸ਼ਨ ਕਮਿਸ਼ਨ ਦੀ ਹੋਏਗੀ, ਜਿੱਥੇ ਹਰਿਆਣਾ ਵਿਧਾਨ ਸਭਾ ਤਰੀਕਾਂ ਦਾ ਐਲਾਨ ਹੋਏਗਾ, ਜੰਮੂ ਕਸ਼ਮੀਰ ਤਰੀਕਾਂ ਦਾ ਐਲਾਨ ਹੋਏਗਾ, ਮਹਾਰਾਸ਼ਟਰ ਨੂੰ ਲੈ ਕੇ ਨੀਰਜ ਦੱਸ ਰਹੇ ਸੀ ਕਿ ਅਜੇ ਕੁਐਸਚਨ ਮਾਰਕ ਹੈ। ਤਾਂ ਇਹ ਚਰਚਾ ਇਹ ਹੈ ਜਿਹੜੇ ਸਿਆਸੀ ਗਲਿਆਰਿਆਂ 'ਚ ਇਹ ਕਿਹਾ ਜਾ ਰਿਹਾ ਕਿ ਨਾਲ ਹੀ ਇਹਨਾਂ 4 ਸੀਟਾਂ ਦੇ ਉੱਤੇ ਵੀ ਤਰੀਕਾਂ ਦਾ ਐਲਾਨ ਜਿਹੜਾ ਵਾ ਉਹ ਹੋ ਸਕਦਾ ਵਾ। ਔਰ ਅਕਤੂਬਰ ਦੇ ਪਹਿਲੇ ਹਫਤੇ ਜਿਹੜੀ ਹੈ ਉਹ ਜਿਮਨੀ ਚੋਣ ਦੀ ਤਰੀਕ ਜਿਹੜੀ ਹੈ ਉਹ ਸਾਹਮਣੇ ਆ ਸਕਦੀ ਹੈ 3 ਵਜੇ तक। हरियाणा सरकार में कैबिनेट कृषि कल्याण मंत्री आदरणीय कंवरपाल जी और हमारे मनदीप बराड़ जी IAS, राजशेखर मुंडरू जी, सभी हमारे अधिकारीगण, सबसे पहले मैं आज ऐसे महान शख्सियत, महान राजनेता, राजनीति के अज्ञात शत्रु, भारत रत्न पूर्व प्रधानमंत्री श्रद्धेय अटल बिहारी वाजपेयी जी की पुण्यतिथि पर मेरा उनको कोटि कोटि नमन। देश की राजनीति में को एक नई दिशा और दशा देने वाले अटल बिहारी वाजपेयी जी का जीवन हमें हमेशा प्रेरित करता रहेगा और हरियाणा सरकार हमेशा उनके पदचिन्हों पर चलते हुए सुशासन के नए आयाम स्थापित करेगी। आम व्यक्ति के जीवन तक कैसे सुगम तरीके से सरकारी योजनाओं का लाभ पहुंच सके, यह सुनिश्चित करना ही उनको सच्ची श्रद्धांजलि होगी। मित्रों, आज मेरे लिए ये बहुत ही गर्व का दिन है कि आज हमने, क्योंकि पिछले दिनों जो वर्षा हरियाणा प्रदेश के अंदर कम हो रही है और पिछले वर्ष की तुलना में काफी कम हुई है और उस वर्षा के कारण हमारे किसानों का लगातार खर्चा बढ़ रहा था।